ਮਸਲਾ ਪੰਜਾਬ ਦੀ ਕਿਸਾਨੀ ਦਾ ਤੇ ਹੁਣ 26-27 ਦਾ ਘੋਲ ਲੱਗਦਾ ਹੈ ਕਿ ਆਖਿਰਕਾਰ ਇਹ ਕੋਈ ਵੱਡੀ ਸੱਟ ਵਾਂਗੂ ਹੁਣ ਕਿਸਾਨ ਮਾਰੂਗਾ। ਪਹਿਲਾਂ ਹਰਿਆਣਾ ਟੱਪਦਾ ਜਾਂ ਨਹੀਂ, ਕਿਉਂਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਉਹੀ ਭਾਈਵਾਲ ਹੈ, ਬੀਜੇਪੀ ਦੀ ਉੱਥੇ ਹੈ, ਬੀਜੇਪੀ ਦੀ ਉੱਥੇ ਹੈ। ਸੋਨੀਆ ਮਾਨ ਸਾਡੇ ਨਾਲ ਨੇ। ਗਾਇਕਾਂ ਦਾ ਜੇ ਦੇਖਿਆ ਜਾਵੇ ਇੱਕ ਨੌਜਵਾਨਾਂ ਨੂੰ ਲਿਆਉਣ ਦੇ ਵਿੱਚ ਬੜਾ ਵੱਡਾ ਰੋਲ ਰਿਹਾ ਸੀ। ਸੋਨੀਆ ਜੀ, ਦੇਖਦੇ ਹੋ ਕਿ ਆਖਿਰਕਾਰ ਜਿਹੜਾ ਰੋਲ ਰਿਹਾ ਸੀਗਾ ਉਹ ਬਰਕਰਾਰ ਬਣਿਆ ਹੋਇਆ, ਨੌਜਵਾਨ ਉਮੀ ਆ ਰਹੇ ਨੇ ਕਿ ਧਰਨਿਆਂ ਦੇ ਵਿੱਚ, ਤੇ ਉਹ ਜਜ਼ਬਾ ਦਿਖ ਰਿਹਾ ਅੱਜ ਵੀ। ਵੇਖੋ ਜੀ, ਅੱਗੇ ਨਾਲੋਂ ਤੇ ਬਹੁਤ ਜ਼ਿਆਦਾ ਫਰਕ ਆ। ਅੱਗੇ ਤੇ ਸਾਡੇ ਅਲੱਗ-ਅਲੱਗ ਧਰਨੇ ਲੱਗਦੇ ਸੀਗੇ ਕਿ ਕਾਂਗਰਸ ਦੇ ਅਲੱਗ ਧਰਨੇ ਲੱਗ ਰਹੇ ਸੀਗੇ, ਅਕਾਲੀ ਦਲ ਦੇ ਅਲੱਗ ਧਰਨੇ ਲੱਗ ਰਹੇ ਸੀਗੇ, ਔਰ ਸਾਡੇ ਪਿੰਡਾਂ ਦੇ ਜਿੰਨੇ ਵੀ ਸਰਪੰਚ ਸੀਗੇ, ਭਾਵੇਂ ਉਹ ਅਕਾਲੀ ਦਲ ਦੇ ਆ ਕਾਂਗਰਸੀ ਆ, ਔਰ ਡਿਫਰੈਂਟ ਧਰਨਿਆਂ ਦੇ ਉੱਤੇ ਜਾ ਰਹੇ ਸੀਗੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਲੈ ਕੇ। ਬਟ ਐਤਕੀ ਜਦੋਂ ਮੈਂ ਜਿੰਨੇ ਵੀ ਧਰਨਿਆਂ 'ਤੇ ਗਈ ਹਾਂ, ਉਸ ਧਰਨੇ ਦੇ ਉੱਤੇ ਕਾਂਗਰਸੀ ਸਰਪੰਚ ਵੀ ਸੀਗੇ, ਅਕਾਲੀ ਦਲ ਸਰਪੰਚ ਵੀ ਸੀਗੇ, ਸਾਰੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਉੱਥੇ ਜੁੜ ਰਹੇ ਸੀਗੇ। ਔਰ ਲੋਕਾਂ ਨੂੰ ਵੀ ਇਹ ਸਮਝ ਲੱਗ ਚੁੱਕੀ ਹੈ ਕਿ ਸਾਨੂੰ ਇਸ ਟਾਈਮ 'ਤੇ ਇਕਜੁੱਟ ਹੋ ਕੇ ਕਿਸਾਨ ਯੂਨੀਅਨ ਦੇ ਝੰਡੇ ਦੇ ਥੱਲੇ ਆਪਣਾ ਸਮਰਥਨ ਦੇਣਾ ਚਾਹੀਦਾ ਹੈ। ਤੇ ਜਿਵੇਂ ਹੁਣ ਜਿਹੜੀ ਹਰਿਆਣੇ ਜਾਣ ਵਾਲੀ ਗੱਲ ਹੈ, ਗਾਇਕਾਂ ਦਾ ਆਪਸੀ ਤੁਹਾਡੀ ਵਿਚਾਰ ਚਰਚਾ ਆਪਸ 'ਚ ਵੀ ਹੋਈ ਹੋਣੀ ਹੈ। ਕਿੰਨੇ ਕੁ ਦਿਨ ਫਿਰ ਬੈਠ ਜਾਓਗੇ, ਕਿੰਨੇ ਕੁ ਦਿਨ ਖੜ ਜਾਓਗੇ? ਕਿਉਂਕਿ ਇਹ ਕੋਈ ਨਹੀਂ ਪਤਾ, ਕਿਸਾਨ ਵੀ ਇਹ ਗੱਲ ਕਹਿੰਦੇ ਨੇ ਵੀ ਹੋ ਸਕਦਾ ਸਾਨੂੰ ਵੜਦਿਆਂ ਨੂੰ ਵੀ ਰੋਕ ਲੈਣ ਹਰਿਆਣਾ, ਹੋ ਸਕਦਾ ਸਾਨੂੰ ਥੋੜ੍ਹਾ ਜਿਹਾ ਅੱਗੇ ਰੋਕ ਲੈਣ, ਕਿਉਂਕਿ ਇਹ ਸਿਚੁਏਸ਼ਨ ਦਾ ਅਜੇ ਕੁਝ ਸਾਫ਼ ਨਹੀਂ ਹੈ। ਵੇਖੋ ਜੀ, ਅਸੀਂ ਕਿਸਾਨ ਯੂਨੀਅਨ ਦਾ ਸਮਰਥਨ ਕਰ ਰਹੇ ਹਾਂ, ਅਸੀਂ ਆਰਟਿਸਟ ਹਾਂ, ਔਰ ਸਾਨੂੰ ਇਹ ਲੱਗਦਾ ਕਿ ਅਸੀਂ ਕਿਸਾਨ ਯੂਨੀਅਨ ਦੇ ਨਾਲ ਜਿੰਨਾ ਯੂਥ ਜੋੜ ਸਕੀਏ ਔਰ ਉਹਨਾਂ ਨੂੰ ਨਾਲ ਲੈ ਕੇ ਜਾ ਸਕੀਏ, ਅਸੀਂ ਉਹ ਕਰ ਰਹੇ ਹਾਂ। ਭਾਵੇਂ ਉਹ ਪਿਛਲੇ ਕਿੰਨੇ ਮਹੀਨਿਆਂ ਤੋਂ ਅਸੀਂ ਨਾਲ ਜੁੜੇ ਹੋਏ ਹਾਂ, ਅਸੀਂ ਜਾ ਰਹੇ ਹਾਂ ਉਹਨਾਂ ਦੇ ਜਿੰਨੇ ਧਰਨੇ ਜਿੱਥੇ ਜਿੱਥੇ ਲੱਗਦੇ ਆ, ਔਰ ਜਿਸ ਤਰੀਕੇ ਨਾਲ ਅਸੀਂ ਉਦੋਂ ਜਾ ਰਹੇ ਸੀਗੇ, ਅੱਗੇ ਵੀ ਉਸੇ ਤਰੀਕੇ ਦੇ ਨਾਲ ਅਸੀਂ ਜਾਵਾਂਗੇ। ਤੇ ਜਿਵੇਂ ਹੁਣ ਦਿੱਲੀ ਦਾ ਤੁਹਾਨੂੰ ਕੀ ਲੱਗਦਾ ਕਿ ਆਖਿਰਕਾਰ ਭਾਜਪਾ ਦੇ ਲੀਡਰਾਂ ਦੇ ਬਿਆਨ ਤੁਸੀਂ ਸੁਣਦੇ ਰਹਿੰਦੇ ਹੋਗੇ ਪੰਜਾਬ 'ਚ ਕਿਸ ਤਰ੍ਹਾਂ ਦੇ ਰਹਿੰਦੇ ਨੇਗੇ? ਹਾਲਾਂਕਿ ਕਿਸਾਨੀ ਦੀ ਗੱਲ ਵੀ ਕਰਦੇ ਨੇ ਉਹ, ਪਰ ਕਈ ਵਾਰੀ ਗਰਮ ਬਿਆਨ ਆ ਜਾਂਦੇ ਨੇ। 117 ਸੀਟਾਂ ਨੂੰ ਦੇਖ ਰਹੇ ਨੇ ਉਹ। ਤੁਸੀਂ ਸਮਝਦੇ ਹੋ ਕਿ ਜਿਹੜੇ ਹਿਸਾਬ ਦੇ ਨਾਲ ਇਹ ਫੈਸਲੇ ਲਏ ਗਏ, ਉਸ ਚੀਜ਼ ਨੂੰ ਲੈ ਕੇ ਪੰਜਾਬ ਦੇ ਲੀਡਰ ਤਾਂ ਪੰਜਾਬ ਦੀ ਨੇ, ਚਾਹੇ ਬੀਜੇਪੀ ਦੇ ਨੇਗੇ, ਉਹਨਾਂ ਨੂੰ ਬਦਲ ਜਾਣਾ ਚਾਹੀਦਾ ਸੀ? ਵੇਖੋ ਜੀ, ਬਦਲਣਾ ਚਾਹੀਦਾ ਸੀਗਾ। ਇਸੇ ਕਰਕੇ ਆਉਣ ਵਾਲੇ ਟਾਈਮ ਦੇ ਉੱਤੇ ਬੀਜੇਪੀ ਸਾਡੇ ਪੰਜਾਬ ਦੇ ਵਿੱਚ ਨਹੀਂ ਆ ਸਕਦੀ, ਕਿਉਂਕਿ ਉਹਨਾਂ ਨੇ ਸਾਡੇ ਕਿਸਾਨਾਂ ਦੇ ਪ੍ਰਤੀ ਕੋਈ ਵੀ ਵਧੀਆ ਡਿਸੀਜਨ ਨਹੀਂ ਲਿਆ। ਔਰ ਨਾ ਹੀ ਮੈਂ ਇਹੀ ਕਹਿੰਦੀ ਹਾਂ ਵੀ ਜਿਹੜੇ ਵੀ ਸਾਡੇ ਉੱਤੇ ਲੀਡਰਸ ਬੈਠੇ ਸੀਗੇ, ਉਹਨਾਂ ਤੋਂ ਜਿਨ੍ਹਾਂ ਨੂੰ ਪਤਾ ਸੀਗਾ, ਇਸ ਬਿੱਲ ਦੀ ਨੌਲੇਜ ਸੀਗੀ, ਉਹਨਾਂ ਨੂੰ ਇਸ ਦੇ ਵਿੱਚ ਆਪਣੀ ਹਾਮੀ ਨਹੀਂ ਭਰਨੀ ਚਾਹੀਦੀ ਸੀਗੀ। ਔਰ ਜੋ ਵੀ ਅੱਜ ਦੀ ਦੌਰ ਦੇ ਵਿੱਚ ਮੈਂ ਦੇਖਾਂ ਵੀ ਸਾਡੇ ਸੀਐਮ ਦੇ ਹੱਥ ਦੇ ਵਿੱਚ ਵੀ ਇੰਨੀਆਂ ਪਾਵਰਸ ਨਹੀਂ ਹੈਗੀਆਂ ਕਿ ਉਹ ਸਾਡੇ ਕਿਸਾਨੀ ਬਿੱਲ ਨੂੰ ਲੈ ਕੇ ਕੁਝ ਕਰ ਸਕਣ, ਔਰ ਜਿੰਨੀਆਂ ਵੀ ਪਾਵਰਸ ਨੇ ਉਹ ਸਾਰੀਆਂ ਸੈਂਟਰਲ ਗਵਰਨਮੈਂਟ ਦੇ ਹੱਥ ਦੇ ਵਿੱਚ ਆ। ਔਰ ਇਹੋ ਜਿਹੀ ਗਵਰਨਮੈਂਟ ਮੈਂ ਨਹੀਂ ਦੇਖੀ ਅੱਜ ਤੱਕ। ਔਰ ਮੈਂ ਇਹੀ ਗੱਲ 2 ਦਿਨ ਪਹਿਲੋਂ ਸੀਐਮ ਸਾਹਿਬ ਦੇ ਮੂੰਹ ਤੋਂ ਸੁਣੀ ਸੀਗੀ ਕਿ ਮੈਂ ਆਪਣੀ ਇੰਨੇ ਸਾਲ ਦੀ ਪੋਲੀਟਿਕਸ ਦੇ ਵਿੱਚ ਇਹੋ ਜਿਹਾ ਪੀਐਮ ਨਹੀਂ ਦੇਖਿਆ ਕਿ ਜਿਹੜਾ ਸਟੇਟ ਦੀ ਪ੍ਰੋਬਲਮ ਨੂੰ ਅੰਡਰਸਟੈਂਡ ਨਹੀਂ ਕਰ ਰਿਹਾ। ਬਿਕਾਜ਼ ਸਾਡੇ ਸਟੇਟ ਦੀ ਪ੍ਰੋਬਲਮ ਸਾਡੇ ਸੀਐਮ ਦੇ ਉੱਤੇ ਜਾਂ ਸਾਡੇ ਕਿਸਾਨ ਜਥੇਬੰਦੀਆਂ ਦੇ ਉੱਤੇ ਕੌਣ ਜਾਣ ਸਕਦਾ ਹੈ, ਔਰ ਉਹਨਾਂ ਨੂੰ ਹੀ ਪਤਾ ਹੈ ਵੀ ਸਾਡੇ ਵਾਸਤੇ ਇਹ ਬਿੱਲ ਸਹੀ ਹੈ ਕਿ ਨਹੀਂ ਸਹੀ ਹੈ। ਰਾਈਟ, ਤੁਸੀਂ ਕਿਸੇ ਦੇ ਘਰ ਵੜ ਕੇ ਕਿਸੇ ਨੂੰ ਨਹੀਂ ਦੱਸ ਸਕਦੇ ਵੀ ਇਹ ਖਾਣਾ ਤੁਹਾਡੇ ਡਾਈਜੈਸਟਿਵ ਸਿਸਟਮ ਵਾਸਤੇ ਸਹੀ ਹੈ ਕਿ ਨਹੀਂ ਸਹੀ ਹੈ। ਇਹਦੇ ਤੁਸੀਂ ਉਹਨਾਂ ਨੂੰ ਥੋਪ ਰਹੇ ਹੋ ਕਿ ਇਹ ਬਿੱਲ ਤੁਹਾਡੇ ਵਾਸਤੇ ਸਹੀ ਹੈ। ਸੁਣਿਆ ਜੀ, ਇੱਕ ਚੀਜ਼ ਹੋਰ ਦੱਸੋ, ਕਿਉਂਕਿ ਹੁਣ ਜਦੋਂ ਕਿਸਾਨੀ ਅੰਦੋਲਨ 'ਚ ਆ ਗਏ, ਇਦੋਂ ਪਹਿਲਾਂ ਸੋਚਿਆ ਸੀਗਾ? ਕਿਉਂਕਿ ਬਹੁਤ ਸਾਰੀਆਂ ਗੱਲਾਂ ਤਾਂ ਹੁਣ ਸਿੱਖਣ ਨੂੰ ਮਿਲੀਆਂ ਹੋਣੀਆਂ ਕਿ ਆਖਰਕਾਰ, ਕਿਉਂਕਿ ਇਸ ਅੰਦੋਲਨ ਦੇ ਵਿੱਚ ਇੱਕ ਚੀਜ਼ ਇਹ ਹੈ ਕਿ ਸਿਆਸਤ ਵੀ ਹੈਗੀ ਆ, ਤੁਹਾਡਾ ਰੋਸ਼ ਵੀ ਹੈਗਾ, ਦੋਨੇ ਚੀਜ਼ਾਂ ਸਿਮਰਨ ਚੱਲਦੀਆਂ ਰਹੀਆਂ। ਭਾਵੇਂ ਪੰਜਾਬ ਦੇ ਪ੍ਰਤੀ ਦੇ ਸਿਆਸਤ ਪ੍ਰਤੀ ਕੋਈ ਰੋਸ਼ ਨਹੀਂ ਰਹਿੰਦਾ, ਕੇਂਦਰ ਦੇ ਪ੍ਰਤੀ ਰਹਿੰਦਾ। ਲੱਗਦਾ ਸੀ ਇੰਨੀਆਂ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਐਕਸਪੀਰੀਅੰਸ ਨਵਾਂ ਹੋਇਆ ਹੈਗਾ। ਵੇਖੋ ਜੀ, ਮੇਰਾ ਬਚਪਨ ਜੇ ਤੁਹਾਨੂੰ ਮੈਂ ਦੱਸਾਂ ਤੇ ਮੇਰਾ ਬਚਪਨ ਹੀ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੇ ਉੱਤੇ ਨਿਕਲਿਆ ਹੈ। ਔਰ ਮੈਂ ਕਾਮਰੇਡਾਂ ਦੀ ਬੇਟੀ ਹਾਂ। ਮੇਰੇ ਫਾਦਰ ਸਾਹਿਬ ਕਿਸਾਨ ਯੂਨੀਅਨ ਦੇ ਲੀਡਰ ਸੀਗੇ, ਔਰ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਕਿਸਾਨਾਂ ਜਥੇਬੰਦੀਆਂ ਵਾਸਤੇ ਔਰ ਮਜ਼ਦੂਰਾਂ ਵਾਸਤੇ। ਸੋ ਮੇਰਾ ਬਚਪਨ ਇਸੇ ਤਰੀਕੇ ਨਾਲ ਗੁਜ਼ਰਿਆ ਹੈ, ਦੇਸ਼ ਭਗਤ ਯਾਦਗਾਰ ਹਾਲ। ਸੋ ਮੈਂ ਤੇ ਬਹੁਤ ਡੀਪਲੀ ਸਮਝ ਸਕਦੀ ਹਾਂ ਇਹ ਸਾਰੀਆਂ ਪ੍ਰੋਬਲਮਸ। ਔਰ ਮੈਂ ਕੁਛ ਇਹ ਨਵਾਂ ਨਹੀਂ ਦੇਖਿਆ, ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ। ਔਰ ਅੱਗੇ ਵੀ ਮੈਂ ਇਸੇ ਕਰਕੇ ਮੈਂ ਇੰਨੀ ਜ਼ਿਆਦਾ ਅਟੈਚਡ ਹਾਂ ਇਸ ਚੀਜ਼ ਨੂੰ ਲੈ ਕੇ, ਔਰ ਮੈਂ ਅੱਗੇ ਵੀ ਇਹਨਾਂ ਦਾ ਇਸੇ ਤਰੀਕੇ ਦੇ ਨਾਲ ਸਮਰਥਨ ਕਰਦੀ ਰਹੂੰਗੀ। ਕਾਮਰੇਡਾਂ ਨੂੰ ਲੈ ਕੇ ਹੁਣ ਤੁਹਾਨੂੰ ਦੋ ਚੀਜ਼ਾਂ ਪੁੱਛ ਲੈਣਾ ਮੈਂ। ਇੱਕ ਤਾਂ ਇਹ ਕਿ ਆਖਰ ਕਿਹਾ ਤਾਂ ਆਮ ਤੌਰ ਤੇ ਆਈ ਜਾਂਦਾ ਹੁੰਦਾ ਕਿ ਕਾਮਰੇਡਾਂ ਦੇ ਜਵਾਕ ਜਦੋਂ ਸਕੂਲ ਜਾਣ ਤੋਂ ਪਹਿਲਾਂ ਗਾਣੇ ਗਾਉਣ ਲੱਗ ਜਾਂਦੇ ਨੇ ਉਹ ਧਰਨਿਆਂ ਦੇ ਵਿੱਚ, ਜਿੱਥੇ ਬਾਪੂ ਹੁਣੇ ਬੈਠੇ ਹੁੰਦੇ ਨੇ ਉਹਨਾਂ ਦੇ, ਤਾਂ ਉੱਥੇ ਬੜੀ ਦੁਨੀਆ ਦੇਖ ਲੈਂਦੇ ਨੇਗੇ। ਆਖਰ ਜੇ ਕਹੀਏ ਕਿ ਉਦੋਂ ਇਹ ਚੀਜ਼ ਦਾ ਫੈਸਲਾ ਹੋ ਜਾਂਦਾ ਕਿ ਆਖਰਕਾਰ ਮੈਂ ਅੱਗੇ ਜਾ ਕੇ ਕੀ ਬਣਨਾ, ਕਾਮਰੇਡਾਂ ਦੀ ਸੋਚ ਨੂੰ ਲੈ ਕੇ ਅੱਗੇ ਵਧਣਾ, ਜਾਂ ਫਿਰ ਜਿਵੇਂ ਮੈਨੂੰ ਮਾਹੌਲ ਚੰਗਾ ਲੱਗੂਗਾ, ਸੌਖਾ ਲੱਗੂਗਾ, ਮੈਂ ਉਧਰ ਨੂੰ ਹੋ ਜਾਣਾ? ਵੇਖੋ, ਮੇਰੇ ਫਾਦਰ ਸਾਹਿਬ ਜਦੋਂ ਮੈਂ 16 ਦਿਨ ਦੀ ਸੀਗੀ ਉਦੋਂ ਮੇਰੇ ਡੈਡ ਦੀ ਡੈਥ ਹੋ ਗਈ ਸੀਗੀ। ਬਟ ਉਹਨਾਂ ਨੇ, ਮੇਰੇ ਡੈਡ ਨੇ ਆਪਣੀ ਡੈਥ ਤੋਂ ਪਹਿਲਾਂ ਮੇਰੇ ਵਾਸਤੇ ਇੱਕ ਚਿੱਠੀ ਲਿਖਤੀ ਸੀਗੀ, ਔਰ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਸਿਰਫ ਇਹ ਸਿਖਾਇਆ ਸੀਗਾ, ਨਾ ਤੂੰ ਹਿੰਦੂ ਬਣਨਾ, ਨਾ ਤੂੰ ਮੁਸਲਮਾਨ ਬਣਨਾ, ਨਾ ਤੂੰ ਸਿੱਖ ਬਣਨਾ, ਤੂੰ ਸਭ ਤੋਂ ਉੱਠ ਕੇ ਇੱਕ ਇਨਸਾਨ ਬਣਨਾ ਹੈ। ਔਰ ਤੂੰ ਆਪਣੇ ਕਿਸਾਨਾਂ ਵਾਸਤੇ, ਆਪਣੇ ਇਨਸਾਨਾਂ ਵਾਸਤੇ, ਆਪਣੇ ਮਜ਼ਦੂਰਾਂ ਵਾਸਤੇ ਆਪਣੀ ਆਵਾਜ਼ ਨੂੰ, ਜਿੱਥੇ ਕਿਤੇ ਗਲਤ ਹੁੰਦਾ ਹੋਵੇ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ।
ਤੇ ਕੱਲ ਹੀ ਅਸੀਂ ਭਾਜਪਾ ਦੇ ਕਈ ਲੀਡਰਾਂ ਦਾ ਇੰਟਰਵਿਊ ਕਰਿਆ, ਜ਼ਿਆਦਾਤਰ ਇਹੀ ਗੱਲ ਕਹਿ ਰਹੇ ਸੀ ਕਿਉਂਕਿ ਉਹਨਾਂ ਦੀ ਵੀ ਮੀਟਿੰਗ ਸੀਗੀ ਉਰੇ, ਸਾਰੇ ਪੰਜਾਬ ਦੇ ਆਏ ਹੋਏ ਸੀਗੇ। ਕਹਿੰਦੇ ਕਾਮਰੇਡ ਆਪਦੀ ਜਿਹੜੀ ਖੋਈ ਹੋਈ ਜ਼ਮੀਨ ਸੀ ਨਾ ਉਹ ਤਲਾਸ਼ ਰਹੇ ਨੇ, ਤਾਂ ਕਰਕੇ ਸਾਰੇ ਕਾਮਰੇਡ ਧਰਨਿਆਂ ਦੇ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਲੱਗ ਕੇ ਆਪਦੇ ਆਪ ਨੂੰ ਇੰਪਰੂਵ ਕਰ ਰਹੇ ਨੇ। ਵੇਖੋ ਜਿੰਨੇ ਕਿਸਾਨ ਜਥੇਬੰਦੀਆਂ ਨੇ ਨਾ ਉਹ ਕਾਮਰੇਡਾਂ ਦੀਆਂ ਨੇ, ਉਹ ਤੇ ਕਮਿਊਨਿਸਟ ਹੀ ਹੈ ਸਭ ਤੋਂ ਜ਼ਿਆਦਾ। ਮੈਂ ਤੇ ਆਪਣੇ ਬਚਪਨ ਤੋਂ ਦੇਖਦੀ ਆ ਰਹੀ ਹਾਂ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਉਹ ਸਾਰੇ ਕਾਮਰੇਡ ਹੀ ਆ। ਔਰ ਜਿਹੜੇ ਕਾਮਰੇਡ ਹੁੰਦੇ ਆ ਉਹੀ ਇਸੇ ਤਰੀਕੇ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਚੱਲਦੇ ਨੇ, ਔਰ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਦੇਖਦੇ, ਜਿਹਦੇ ਵਿੱਚ ਕੋਈ ਪੈਸੇ ਦਾ ਲਾਲਚ ਨਹੀਂ ਦੇਖਦੇ। ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਤੁਰੇ ਆ, ਭਾਵੇਂ ਉਹ ਧੁੱਪ ਹੋਵੇ, ਭਾਵੇਂ ਉਹ ਛਾਂ ਹੋਵੇ, ਭਾਵੇਂ ਉਹ ਮੀਂਹ ਪੈਂਦਾ ਹੋਵੇ। ਇਹ ਪੋਲੀਟੀਕਲ ਪਾਰਟੀਆਂ ਉਦੋਂ ਨਹੀਂ ਤੁਰਦੀਆਂ, ਇਹ ਪੋਲੀਟੀਕਲ ਪਾਰਟੀਆਂ ਉਦੋਂ ਹੀ ਆਉਂਦੀਆਂ ਨੇ ਜਦੋਂ ਉਹਨਾਂ ਦੇ ਕੋਲ ਉਹਨਾਂ ਨੇ ਵੋਟਾਂ ਮੰਗਣ ਆਉਣੀਆਂ ਹੁੰਦੀਆਂ ਨੇ। ਇਹੀ ਪੋਲੀਟੀਕਲ ਪਾਰਟੀਆਂ ਆਪਣੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਆਪਣੀਆਂ ਸਿਕਿਉਰਿਟੀਜ਼ ਲੈ ਕੇ ਆਉਂਦੀਆਂ ਨੇ। ਕਾਮਰੇਡ ਵਿਚਾਰੇ ਉਸੇ ਤਰੀਕੇ ਦੇ ਨਾਲ ਧਰਨੇ ਦਿੰਦੇ ਰਹਿੰਦੇ ਨੇ, ਔਰ ਧਰਨੇ ਆਪਣੇ ਕਿਸਾਨਾਂ ਵਾਸਤੇ, ਭਾਵੇਂ ਉਹ ਟ੍ਰਿਬਿਊਨ ਚੌਂਕ ਤੇ ਧਰਨਾ ਲਾ ਕੇ ਬੈਠੇ ਹੋਣ, ਭਾਵੇਂ ਉਹ ਕਿਸਾਨ ਯੂਨੀਅਨ ਇੱਥੇ ਲਾ ਕੇ ਬੈਠੇ ਹੋਣ, ਭਾਵੇਂ ਕਿਤੇ ਵੀ ਧਰਨਾ ਲਾ ਕੇ ਬੈਠੇ ਹੋਣ, ਹਮੇਸ਼ਾ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਆ, ਭਾਵੇਂ ਉਹ ਉਹਦੇ ਵਿੱਚ ਜ਼ਿਆਦਾਤਰ ਤੁਹਾਨੂੰ ਕਾਮਰੇਡ ਹੀ ਆ, ਸਭ ਤੋਂ ਕਾਮਰੇਡ ਹੀ ਆ, ਲਾਲ ਝੰਡੇ ਵਾਲੇ ਦਿਖਦੇ ਹੁੰਦੇ ਸਾਰੇ ਲਾਲ। ਮੈਂ ਆਲਮੋਸਟ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਲਾਲ ਝੰਡੇ ਵਾਲੇ ਹੀ ਦੇਖੇ ਆ, ਕਾਮਰੇਡ ਹੀ ਦੇਖੇ ਆ, ਭਾਵੇਂ ਉਹ ਜੈਮਲ ਸਿੰਘ ਪੱਡਾ ਹੋਵੇ, ਭਾਵੇਂ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਣ, ਭਾਵੇਂ ਉਹ ਸਾਡੇ ਕਿੱਡੇ ਵੱਡੇ ਲੀਡਰ ਦਰਸ਼ਨ ਸਿੰਘ ਖੜਕੜ ਹੋਣ, ਜਿੰਨੇ ਵੀ ਕਾਮਰੇਡ ਨੇ। ਤੁਸੀਂ ਦੱਸੋ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਕਿੰਨੇ ਵੱਡਾ ਸੈਕਰੀਫਾਈਸ ਦਿੱਤਾ ਆ, ਉਹ ਵੀ ਇੱਕ ਕਾਮਰੇਡ ਸੀਗੇ। ਸੋ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਜਿੰਨੇ ਵੱਡੇ ਲੀਡਰਸ ਰਹੇ ਨੇ ਉਹ ਕਾਮਰੇਡ ਹੀ ਰਹੇ ਨੇ, ਔਰ ਉਹਨਾਂ ਦੀ ਸੋਚ ਨੂੰ ਲਾਲ ਸਲਾਮ ਮੇਰਾ ਰਹੂਗਾ ਔਰ ਹੈਗਾ ਆ। ਸੁਣੀਏ ਜੀ, ਲਾਸਟ 'ਚ ਨਹੀਂ ਪੁੱਛੂੰਗਾ ਕਿ ਆਮ ਕਰਕੇ ਨਾ ਜਿਹੜੇ ਜਿੰਨੇ ਵੀ ਮਨੋਰੰਜਕ ਤੁਹਾਡੇ ਜਗਤ ਨਾਲ ਜੁੜੇ ਹੋਏ ਹੁੰਦੇ ਨੇ, ਐਂਟਰਟੇਨਮੈਂਟ ਵਾਲੇ ਹੁੰਦੇ ਨੇ, ਕਹਿੰਦੇ ਹੁੰਦੇ ਨੇ ਕੇਂਦਰ ਕੋਲ ਬੜੀ ਸੌਖੀ ਜੀ ਉਹਨਾਂ ਦੀ ਇੱਕ ਇਲਾਜ ਹੁੰਦਾ, ਜੇ ਕੋਈ ਜ਼ਿਆਦਾ ਉਹਨਾਂ ਨੂੰ ਤੰਗ ਕਰਨ ਤਾਂ ਈਡੀ ਦਾ ਡਰ ਸਤਾਉਣ ਲੱਗ ਜਾਂਦਾ ਹੈਗਾ। ਤਾਂ ਇਹ ਪੂਰਾ ਅੰਦੋਲਨ ਚੱਲਿਆ, ਇਕੱਲੀ ਤੁਹਾਡੀ ਗੱਲ ਨਹੀਂ, ਸਾਰੀ ਜਿੰਨੇ ਵੀ ਸੀਗੇ, ਕੋਈ ਕਿਤੇ ਇੰਨਾ ਕੁ ਲੱਗਿਆ ਵੀ ਹੋ ਸਕਦਾ ਕੱਲ੍ਹ ਨੂੰ ਸਾਡੇ ਤੇ ਵੀ ਕੋਈ ਤਲਵਾਰ ਲਟਕ ਜੇ? ਸਿੱਪੀ ਗਿੱਲ ਨੇ ਜਿਵੇਂ ਕਿ ਉਦੋਂ ਕਿਹਾ ਸੀਗਾ, ਕਹਿੰਦੇ ਹੋ ਸਕਦਾ ਸਾਡੇ ਤੇ ਵੀ ਕੋਈ ਸਮੱਸਿਆ ਆ ਜੇ, ਕਿਸਾਨ ਸਾਡੇ ਨਾਲ ਲੱਗਣ ਜੇ ਕੱਲ੍ਹ ਨੂੰ ਸਾਡੇ ਤੇ ਕੋਈ ਦੁੱਖ ਦੀ ਘੜੀ ਹੋ। ਵੇਖੋ ਜੀ, ਜੇ ਮੈਨੂੰ ਇਸ ਗੱਲ ਦੀ ਸਮੱਸਿਆ ਦੀ ਪ੍ਰੋਬਲਮ ਹੁੰਦੀ ਤੇ ਮੈਂ ਪਹਿਲੇ ਦਿਨ ਤੋਂ ਤੁਰਦੀ ਨਹੀਂ। ਮੈਂ ਤੇ ਆਪਣਾ ਪਿਓ ਗਵਾਤਾ ਇਸੇ ਅੰਦੋਲਨ ਦੇ ਵਿੱਚ। ਮੈਂ ਆਪਣੇ ਡੈਡ ਨੂੰ ਦੇਖਿਆ ਨਹੀਂ, ਮੈਂ 16 ਦਿਨ ਦੀ ਸੀਗੀ, ਮੈਂ ਉਹਨਾਂ ਨੂੰ ਕਦੀ ਨਹੀਂ ਦੇਖਿਆ। ਉਹਨਾਂ ਨੇ ਸ਼ਹਾਦਤ ਦੇ ਦਿੱਤੀ ਆਪਣੇ ਲੋਕਾਂ ਵਾਸਤੇ, ਕਿਸਾਨਾਂ ਵਾਸਤੇ। ਜੇ ਮੈਨੂੰ ਜਾਨ ਦੀ ਪਰਵਾਹ ਹੁੰਦੀ ਤੇ ਮੈਂ ਤੇ ਇਸ ਚੀਜ਼ ਦੇ ਵਿੱਚ ਆਉਂਦੀ ਨਹੀਂ। ਔਰ ਜਦੋਂ ਤੁਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹੋ ਵੀ ਤੁਹਾਨੂੰ ਆਪਣੇ ਉੱਤੇ ਪਰੇਸ਼ਾਨੀਆਂ ਫੇਸ ਕਰਨੀਆਂ ਪੈਣਗੀਆਂ, ਜੋ ਤੁਹਾਨੂੰ ਗਵਰਨਮੈਂਟ ਤੰਗ ਕਰੂਗੀ, ਫਿਰ ਤੁਸੀਂ ਕਦੀ ਵੀ ਕਿਸੇ ਤਰੀਕੇ ਦੀ ਲੜਾਈ ਨਹੀਂ ਲੜ ਸਕਦੇ। ਭਗਤ ਸਿੰਘ ਹੁਣਾਂ ਨੇ ਕਦੀ ਨਹੀਂ ਸੋਚਿਆ ਸੀਗਾ ਕਿ ਉਹ ਇੰਨੀ ਛੋਟੀ ਉਮਰ ਦੇ ਵਿੱਚ ਸ਼ਹਾਦਤ ਪਾ ਲੈਣਗੇ। ਜੇ ਉਹ ਇਹ ਸੋਚਦੇ ਤੇ ਉਹ ਭਗਤ ਸਿੰਘ ਨਾ ਹੁੰਦੇ ਅੱਜ। ਬਿਲਕੁਲ, ਬਹੁਤ ਬਹੁਤ ਧੰਨਵਾਦ। ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਪੂਰਾ ਮਾਹੌਲ ਬਣਿਆ, ਉਹਦੇ ਵਿੱਚ ਚਾਹੇ ਗਾਇਕ, ਗੀਤਕਾਰ, ਜਿਵੇਂ ਸੋਨੀਆ ਮਾਨ ਨੇ ਕਿਹਾ ਕਿ ਕਾਮਰੇਡਾਂ ਦੀ ਧੀਆਂ ਡਰਦੀ ਨਹੀਂ, ਕਿ ਆਖਰਕਾਰ ਅਸੀਂ ਜਜ਼ਬੇ ਨੂੰ ਅੱਗੇ ਲੈ ਕੇ ਜਾਣਾ, ਈਡੀ ਨੂੰ ਲੈ ਕੇ ਅਸੀਂ ਆਪ ਗਲਤ ਨਹੀਂ ਹੈਗੇ ਤਾਂ ਅਸੀਂ ਡਰੀਏ ਕਿਉਂ। ਖੈਰ ਦੇਖਣਾ ਹੋਊਗਾ ਕਿ ਆਖਰਕਾਰ ਹੁਣ 26-27 ਵਾਲੇ ਘੋਲ ਦੇ ਵਿੱਚ ਗਾਇਕ, ਗੀਤਕਾਰ ਕਿੱਥੇ ਜੇ ਖੜਦੇ ਨੇ, ਕਿਉਂਕਿ ਇਸ ਵਾਰ ਦੀ ਜਿਹੜੀ ਲੜਾਈ ਹੈ ਉਹ ਕੋਈ ਸੌਖੀ ਨਹੀਂ ਹੈਗੀ। ਬਾਰਡਰ ਕ੍ਰਾਸ ਕਰਕੇ ਜਾਣੇ ਨੇ, ਅੱਗੇ ਜਾਣ ਦੇਣਗੇ ਪਤਾ ਨਹੀਂ ਨਾ, ਪਰ ਜੇ ਜ਼ਿਆਦਾ ਦਿਨ ਬੈਠਣਾ ਪੈ ਗਿਆ, ਗੀਤਕਾਰ ਤੇ ਗਾਇਕ ਬੈਠਣਗੇ। ਅੱਜ ਹਾਮੀ ਭਰ ਰਹੇ ਨੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।